ਇਸ ਵੇਲੇ ਜੇ ਪੰਥ ਦੇ ਵਿੱਚ ਕਿਸੇ ਦੀ ਮਾਨਤਾ ਸਤਿਕਾਰ ਹੈਗਾ ਤਾਂ ਜਗਤਾਰ ਸਿੰਘ ਹਵਾਰਾ ਦਾ ਹੈ। ਇਹ ਬਲਵੰਤ ਸਿੰਘ ਹੋਣੀ ਜੋ ਮਰਜ਼ੀ ਇਹਦੇ ਖਿਲਾਫ ਬੋਲ ਦੇਣ, ਇਹ ਮੋਰਚੇ ਨੇ ਜਿਹੜਾ ਹੈ ਬੁਲੰਦੀ ਵੱਲ ਜਾਣਾ, ਕਾਮਯਾਬੀ ਵੱਲ ਜਾਣਾ। ਮੋਰਚੇ ਨੂੰ ਜਿਹੜਾ ਚਲਾਉਣ ਲਈ ਬਲਵੰਤ ਸਿੰਘ ਦੀ ਤਾਂ ਸਾਨੂੰ ਮਨਜ਼ੂਰੀ ਲੈਣ ਦੀ ਲੋੜ ਨਹੀਂ ਸੀ, ਨਾ ਲਈ ਆ ਨਾ ਲੈਣੀ ਆ। ਜੇ ਮੈਂ ਏਜੰਸੀਆਂ ਦਾ ਬੰਦਾ ਤਾਂ ਮੇਰੇ ਸਹਿਯੋਗੀ ਮੈਨੂੰ ਪਿੱਛੇ ਕਰ ਦੇਣਗੇ, ਇਹ ਤਾਂ ਉਹਨਾਂ ਦਾ ਕੰਮ ਬਣਦਾ। ਚਾਹੇ ਜਿਹੜੇ ਸਾਡੇ ਸਹਿਯੋਗ ਦੇ ਰਹੇ ਨੇ ਮੋਰਚੇ ਨੂੰ, ਉਹ ਕਹਿਣਗੇ ਵੀ ਭਾਈ ਤੁਹਾਡੇ 'ਚ ਇੱਕ ਬੰਦਾ ਏਜੰਸੀਆਂ ਦਾ ਆ ਗਿਆ, ਇਹਨੂੰ ਬਾਹਰ ਕੱਢ ਦਿਓ। ਬਲਵੰਤ ਸਿੰਘ ਰਾਜੋਆਣ ਦਾ ਬਿਆਨ ਦੇਣ ਦਾ ਕੀ ਮਤਲਬ ਸੀ? ਨਾ ਉਹ ਮੋਰਚੇ ਨੂੰ ਸਪੋਰਟ ਦਿੰਦਾ ਹੈ, ਨਾ ਮੋਰਚਾ ਉਹਦੇ ਨਾਲ ਮਤਲਬ ਕੋਈ ਰੱਖਦਾ ਹੈ। ਮੋਰਚੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇਹ ਲੋਕ ਮਹਿਸੂਸ ਕਰਦੇ ਨੇ ਵੀ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸੀ, ਉਹ ਫੇਲ ਹੋ ਗਏ। ਅੱਜ ਭਾਈ ਰਾਜਵਾਨਾ ਜੀ ਦੀ ਪੇਸ਼ੀ ਦੌਰਾਨ ਉਹਨਾਂ ਨੇ ਕਈ ਬਿਆਨ ਦਿੱਤੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਜਿਹੜਾ ਮੋਰਚਾ ਲੱਗਿਆ ਹੈ ਉਸ ਬਾਰੇ। ਔਰ ਅਮਰ ਸਿੰਘ ਚਾਹਲ ਦਾ ਨਾਮ ਉਹਨਾਂ ਦੇ ਵਕੀਲ ਵੀ ਰਹੇ ਹੈ। ਖਾਸ ਗੱਲ ਉਹਨਾਂ ਨੂੰ ਕਿਹਾ ਹੈ ਕਿ ਉਹ ਏਜੰਸੀਆਂ ਦੇ ਬੰਦੇ ਨੇ। ਫਿਲਹਾਲ ਅਮਰ ਸਿੰਘ ਚਾਹਲ ਮੇਰੇ ਨਾਲ ਖੁਦ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਵੀ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਆ, ਕਿਸ ਤਰੀਕੇ ਨਾਲ ਉਹ ਏਜੰਸੀ ਦੇ ਬੰਦੇ ਭਾਈ ਰਾਜਵਾਨਾ ਨੂੰ ਲੱਗਦੇ ਹੈ। ਔਰ ਇੰਨੀ ਵੱਡੀ ਸਟੇਟਮੈਂਟ ਦੇਣਾ ਜਦ ਮੋਰਚਾ ਪਹਿਲਾਂ ਹੀ ਚੱਲ ਰਿਹਾ ਹੈ, ਕਿ ਮੋਰਚੇ ਨੂੰ ਕਈ ਲੋਕ ਖਦਸ਼ੇ ਦੀ ਨਜ਼ਰ ਨਾਲ ਦੇਖਣ ਲੱਗਣਗੇ। ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ। ਸਰ ਸਵਾਗਤ ਹੈ ਜੀ ਔਨ 에ਅਰ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਔਰ ਤੁਹਾਡੇ ਸਰੋਤਿਆਂ ਦੀ। ਹਾਂਜੀ ਸਰ, ਮੇਰਾ ਸਵਾਲ ਉਹੀ ਹੈ ਵੀ ਇੰਨੀ ਵੱਡੀ ਸਟੇਟਮੈਂਟ ਦੇਣੀ ਉਦੋਂ ਜਦ ਮੋਰਚੇ 'ਤੇ ਬਹੁਤ ਲੋਕ ਟਰਸਟ ਕਰੀ ਬੈਠੇ ਹੈ, ਪੰਜਾਬ ਦੀ ਬਾਹਰ ਦੇ NRI ਵੀਰ ਸਭ ਲੋਕ ਮੋਰਚੇ 'ਤੇ ਅੱਖਾਂ ਦੇਈ ਬੈਠੇ ਆ। ਔਰ ਜਿਹੜੇ ਬੰਦੀ ਸਿੰਘਾਂ ਲਈ ਇਹ ਰਿਹਾਈ ਲਈ ਮੋਰਚਾ ਲਗਾਇਆ ਗਿਆ ਹੈ, ਪਹਿਲਾਂ ਗੁਰਦੀਪ ਸਿੰਘ ਖਹਿੜਾ ਵੱਲੋਂ ਕੁਝ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਹੁਣ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਹੈ, ਇਹਨੂੰ ਕਿਵੇਂ ਦੇਖਦੇ ਹੋ ਔਰ ਕਿਸ ਤਰੀਕੇ ਨਾਲ ਤੁਹਾਨੂੰ ਏਜੰਸੀ ਦਾ ਬੰਦਾ ਕਿਹਾ ਗਿਆ? ਦੇਖੋ, ਖਹਿਰਾ ਸਾਹਿਬ ਦੀ ਜਿਹੜੀ ਬਿਆਨ ਆਈ ਹੈ ਉਹਨੂੰ ਬਲਵੰਤ ਸਿੰਘ ਰਾਜੋਆਣਾ ਦੇ ਬਿਆਨਾਂ ਨਹੀਂ ਜੋੜਨਾ ਚਾਹੀਦਾ। ਉਹਨਾਂ ਨੇ ਇੱਕ ਗੱਲ ਮੋਰਚੇ ਨੂੰ, ਉਹਨਾਂ ਨੇ ਕੁਛ ਮੋਰਚੇ ਦੇ ਖਿਲਾਫ ਨਹੀਂ ਕਿਹਾ। ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਆਪਾਂ ਨੂੰ ਜਿਹੜੇ ਆਪਣੇ ਬੱਚੇ ਪੜ੍ਹਾਉਣੇ ਚਾਹੀਦੇ ਨੇ, ਉਹਨਾਂ ਨੂੰ ਵੱਡੀ ਸਿੱਖਿਆ ਦੇਣੀ ਚਾਹੀਦੀ ਹੈ, ਉਹ ਅਫਸਰ ਬਣਾਉਣੇ ਚਾਹੀਦੇ ਨੇ। ਲੇਕਿਨ ਉਹਨਾਂ ਇਹ ਤਾਂ ਗੱਲ ਨਹੀਂ ਕਹੀ ਵੀ ਮੋਰਚਾ ਗਲਤ ਲੱਗਾ ਹੈ। ਇਸ ਕਰਕੇ ਉਹ ਬਿਆਨ ਤੇ ਜਿਹੜਾ ਰਾਜੋਆਣਾ ਸਾਹਿਬ ਦਾ ਬਿਆਨ ਹੈ, ਇਹ ਬਿਲਕੁਲ ਵੱਖਰੇ ਨੇ। ਇਹਨਾਂ ਨੂੰ ਵੱਖਰੀ ਤਰੀਕੇ ਦੇ ਨਾਲ ਸਾਨੂੰ ਜਿਹੜਾ ਵੇਖਣਾ ਪਏਗਾ। ਜਿੱਥੋਂ ਤੱਕ ਰਾਜੋਆਣਾ ਸਾਹਿਬ ਦਾ ਬਿਆਨ ਹੈ, ਮੇਰੇ ਖਿਆਲ ਉਹਦੀ ਲੋੜ ਨਹੀਂ ਸੀ। ਜਿਸ ਵੇਲੇ ਉਹਨਾਂ ਨੇ ਬਿਆਨ ਦਿੱਤਾ ਹੈ, ਇਹ ਮੌਕਾ ਇਸ ਵੇਲੇ ਜਿਸ ਵੇਲੇ ਮੋਰਚਾ ਜਿਹੜਾ ਬਹੁਤ ਬੁਲੰਦੀ 'ਤੇ, ਇਹਦੀ ਕਾਮਯਾਬੀ ਜਿਹੜੀ ਹੈ ਸਾਰਿਆਂ ਦੇ ਪਤਾ ਲੱਗ ਗਿਆ ਕਿੱਥੋਂ ਤੱਕ ਹੈ। ਤੁਹਾਡੇ ਸ਼ਾਇਦ ਇਹ ਨੋਟਿਸ ਹੋਏਗਾ ਵੀ ਇੱਕ ਇੰਡੀਅਨ ਐਕਸਪ੍ਰੈਸ ਨੇ ਰਾਈਟ ਅਪ ਦਿੱਤਾ ਸੀ ਕਿਸੇ ਉਹਨਾਂ ਦੇ ਰਿਪੋਰਟਰ ਨੇ ਵੀ ਜਿੰਨੇ ਭਾਰਤ ਦੇ ਵਿੱਚ ਮੋਰਚੇ ਚੱਲ ਰਹੇ ਨੇ, ਚਾਹੇ ਮੂਵਮੈਂਟਸ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚੋਂ ਮੋਰਚੇ ਦਾ ਨੰਬਰ 2 'ਤੇ ਆਉਂਦਾ ਹੈ। ਇੰਨੀ ਵੱਡੀ ਸਕਸੈਸਫੁਲ ਇੰਨੇ ਛੋਟੇ ਸਮੇਂ 'ਚ ਲੈ ਲਈ ਹੈ। ਸੋ ਇਸ ਮੋਰਚੇ ਦੀ ਜਿਹੜੀ ਗੱਲ ਹੈ, ਇਹ ਬਲਵੰਤ ਸਿੰਘ ਹੋਣੀ ਜੋ ਮਰਜ਼ੀ ਇਹਦੇ ਖਿਲਾਫ ਬੋਲ ਦੇਣ, ਇਹ ਮੋਰਚੇ ਨੇ ਜਿਹੜਾ ਹੈ ਬੁਲੰਦੀ ਵੱਲ ਜਾਣਾ, ਕਾਮਯਾਬੀ ਵੱਲ ਜਾਣਾ। ਅਗਰ ਅਸੀਂ ਮੋਰਚੇ ਨੂੰ ਜਿਹੜਾ ਚਲਾਉਣ ਲਈ ਬਲਵੰਤ ਸਿੰਘ ਦੀ ਤਾਂ ਸਾਨੂੰ ਮਨਜ਼ੂਰੀ ਲੈਣ ਦੀ ਲੋੜ ਨਹੀਂ ਸੀ, ਨਾ ਲਈ ਆ ਨਾ ਲੈਣੀ ਆ। ਇਹ ਮੋਰਚਾ ਜਗਤਾਰ ਸਿੰਘ ਜੀ ਹਵਾਰਾ ਦੀ ਸਰਪ੍ਰਸਤੀ ਥੱਲੇ ਆ। ਉਹ ਜਿਹੜਾ ਹੈ ਅਕਾਲ ਤਖਤ ਦੇ ਜਥੇਦਾਰ ਜਿਹੜੇ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਨੇ। ਇਸ ਵੇਲੇ ਜੇ ਪੰਥ ਦੇ ਵਿੱਚ ਕਿਸੇ ਦੀ ਮਾਨਤਾ ਸਤਿਕਾਰ ਹੈਗਾ ਤਾਂ ਜਗਤਾਰ ਸਿੰਘ ਹਵਾਰਾ ਦਾ ਹੈ। ਇਸ ਕਰਕੇ ਉਹਦੀ ਮਾਨਤਾ ਜਿਹੜੀ ਹੈ ਬਲਵੰਤ ਸਿੰਘ ਦੇ ਬਿਆਨ ਦੇਣ ਨਾਲ ਘਟਣੀ ਨਹੀਂ। ਜਿੱਥੋਂ ਤੱਕ ਉਹਨੇ ਮੈਨੂੰ ਨਿਸ਼ਾਨਾ ਬਣਾਇਆ ਹੈ, ਮੈਂ ਤਾਂ ਇੱਕ ਵਕੀਲ ਆ, ਮੇਰੀ 52 ਸਾਲ ਦੀ ਪ੍ਰੈਕਟਿਸ ਹੋ ਗਈ ਹੈ, ਮੇਰੀ ਵਕੀਲੀ ਜਿਹੜੀ ਬਿਲਕੁਲ ਕਾਮਯਾਬ ਹੈ। ਅਤੇ ਆਇਆ ਉਹ ਬਿਆਨ ਦੇਣ ਦੇ ਨਾਲ ਮੇਰੇ 'ਤੇ ਇਕੱਲੇ ਵੀ ਮੈਂ ਏਜੰਸੀਆਂ ਦਾ ਬੰਦਾ ਹੈ, ਮੇਰੇ ਨਾਲ ਹੋਰ ਸਹਿਯੋਗੀ ਦੇ ਮੋਰਚੇ ਦੇ। ਜੇ ਮੈਂ ਏਜੰਸੀਆਂ ਦਾ ਬੰਦਾ ਤਾਂ ਮੇਰੇ ਸਹਿਯੋਗੀ ਮੈਨੂੰ ਪਿੱਛੇ ਕਰ ਦੇਣਗੇ, ਇਹ ਤਾਂ ਉਹਨਾਂ ਦਾ ਕੰਮ ਬਣਦਾ। ਚਾਹੇ ਜਿਹੜੇ ਸਾਡੇ ਸਹਿਯੋਗ ਦੇ ਰਹੇ ਨੇ ਮੋਰਚੇ ਨੂੰ, ਉਹ ਕਹਿਣਗੇ ਵੀ ਭਾਈ ਤੁਹਾਡੇ 'ਚ ਇੱਕ ਬੰਦਾ ਏਜੰਸੀਆਂ ਦਾ ਆ ਗਿਆ, ਇਹਨੂੰ ਬਾਹਰ ਕੱਢ ਦਿਓ। ਬਲਵੰਤ ਸਿੰਘ ਰਾਜੋਆਣਾ ਦਾ ਬਿਆਨ ਦੇਣ ਦਾ ਕੀ ਮਤਲਬ ਸੀ? ਨਾ ਉਹ ਮੋਰਚੇ ਨੂੰ ਸਪੋਰਟ ਦਿੰਦਾ ਹੈ, ਨਾ ਮੋਰਚਾ ਉਹਦੇ ਨਾਲ ਮਤਲਬ ਕੋਈ ਰੱਖਦਾ ਹੈ। ਉਹਨੂੰ ਉਹ ਬਿਆਨ ਦੇਣ ਦੀ ਲੋੜ ਹੀ ਨਹੀਂ ਸੀ। ਨਹੀਂ ਸਰ, ਮੈਂ ਉਹੀ ਜਾਣਨਾ ਚਾਹੁੰਦੀ ਹਾਂ ਵੀ ਇੱਦਾਂ ਦੀ ਕੀ ਗੱਲ ਹੋ ਗਈ ਕਿ ਪਾਰਟਿਕੂਲਰਲੀ ਤੁਹਾਨੂੰ ਟਾਰਗੇਟ ਕੀਤਾ ਗਿਆ, ਜਦ ਕਿ ਤੁਸੀਂ ਕੇਸ ਵੀ ਲੜਦੇ ਰਹੇ ਹੋ। ਤੁਸੀਂ ਦੱਸਿਆ ਵੀ 1995 ਤੋਂ 2013-14 ਤੱਕ ਕੇਸ ਲੜੇ ਹੈ, ਫ੍ਰੀ ਕੇਸ ਲੜੇ ਆ ਬੇਅੰਤ ਸਿੰਘ ਮਾਮਲੇ ਦੇ ਵਿੱਚ, ਇਹਨਾਂ ਦੇ ਵੀ ਵਕੀਲ ਰਹੇ ਹੋ। ਤੁਸੀਂ ਇੱਕ ਸਟੇਟਮੈਂਟ ਹੋਰ ਵੀ ਦਿੱਤੀ ਕਿ ਮੈਨੂੰ ਉਹ ਵਕੀਲ ਮੰਨਦੇ ਹੀ ਨਹੀਂ। ਸੋ ਇਹ ਇੱਦਾਂ ਕਿਉਂ? ਦੇਖੋ, ਉਹਨਾਂ ਦੇ ਬਿਆਨ ਦੇਣ ਦਾ ਜਿਹੜਾ ਉਹਨਾਂ ਦਾ ਇੱਕ ਮਤਲਬ ਹੈ, ਮੇਰੇ ਖਿਆਲ ਇਹਨਾਂ ਜਿਹੜਾ ਮੋਰਚੇ ਦੇ ਵਿੱਚ ਪ੍ਰਬੰਧਕ ਆ ਨਾ,
ਉਹਨਾਂ ਦੇ ਵਿੱਚ ਮੇਰੀ ਸਥਾਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਮੈਂ ਇਸ ਜਿਹੜਾ ਸੰਘਰਸ਼ ਹੈ ਪੰਜਾਬ ਦਾ ਉਹਦੇ ਨਾਲ ਪਿਛਲੇ 50 ਸਾਲ ਤੋਂ ਲੱਗਾ ਹੈ। ਮੈਂ ਵਕੀਲ ਦੇ ਤੌਰ ਤੇ ਵੀ ਲੋਕਾਂ ਦੇ ਨਾਲ ਗੁਜ਼ਰਿਆ ਹੈ। ਮੇਰੀ ਆਪਣੀ ਵਕੀਲੀ ਵੀ ਜਿਹੜੀ ਹੈਗੀ ਹੈ ਠੀਕ ਹੈ। ਮੈਨੂੰ ਇਹ ਗਿਣਿਆ ਜਾਂਦਾ ਵੀ ਮੈਂ ਇਸ ਮੋਰਚੇ ਦੀ ਕੁਝ ਨਾ ਕੋਈ ਸੇਵਾ ਕਰ ਸਕਦਾ, ਸਿਆਣਪ ਤੌਰ ਤੇ, ਕੋਈ ਲੀਗਲ ਤੌਰ ਤੇ। ਇਸੇ ਕਰਕੇ ਮੈਨੂੰ ਉਹਨਾਂ ਚੁਣਿਆ। ਉਹਨਾਂ ਦਾ ਇੱਕ ਮੋਟਿਵ ਲੱਗਦਾ ਹੈ ਵੀ ਮੈਨੂੰ ਨਿਸ਼ਾਨੇ ਤੇ ਲੈ ਕੇ ਬਦਨਾਮ ਕਰਕੇ ਮੈਨੂੰ ਬਾਹਰ ਕੱਢਣ ਇਹਦੇ ਮੋਰਚੇ 'ਚੋਂ। ਨਹੀਂ ਸਰ, ਪਰ ਤੁਹਾਨੂੰ ਹੀ ਕਿਉਂ ਬਾਹਰ ਕੱਢਣਾ ਹੈ? ਨਹੀਂ, ਇਹ ਤਾਂ ਹੌਲੀ ਹੁੰਦੀ। ਸਾਰੇ ਹੁਣ ਦੁਸ਼ਮਣ ਜਿਹੜਾ ਹੁੰਦਾ ਸਾਰਿਆਂ ਥੋੜ੍ਹਾ ਇੱਕ ਦਫਾ ਹਮਲਾ ਕਰਦਾ, ਉਹ ਇਕੱਲੇ ਨੂੰ ਲੈ ਕੇ ਦੁਸ਼ਮਣ ਨੂੰ ਮਾਰਨ ਦੀ ਗੱਲ ਹੁੰਦੀ ਹੈ, ਜਿਹੜੀ ਬੜੀ ਲੌਜੀਕਲ ਹੈ ਵੀ ਪਹਿਲੇ ਇੱਕ ਆਦਮੀ ਤੇ ਉਹਨਾਂ ਤੇ ਮੋਰਚੇ ਤੇ ਕਰੋ, ਫਿਰ ਦੂਜੇ ਤੇ ਕਰੋ, ਫਿਰ ਤੀਜੇ ਤੇ, ਤਾਂ ਕਿ ਮੋਰਚੇ ਦੀ ਇੱਕ ਲੱਤ ਟੁੱਟੇ, ਦੂਜੀ ਲੱਤ ਟੁੱਟੇ, ਫਿਰ ਮੋਰਚਾ ਜਿਹੜਾ ਹੈ ਪਿੱਛੇ ਜਾਵੇ। ਲੇਕਿਨ ਉਹ ਇਸ ਗੱਲ ਨੂੰ ਇਹ ਗਲਤ ਬਿਆਨ ਦੇ ਗਿਆ ਵੀ ਮੋਰਚਾ ਤੇ ਬਹੁਤ ਵੱਡਾ ਚੱਲ ਰਿਹਾ ਹੈ। ਮੋਰਚੇ ਦੇ ਵਿੱਚ ਇਹਨਾਂ ਪੰਜਾਂ ਦੇ ਨਹੀਂ ਸੰਪਰਕ ਹੈਗੇ। ਮੋਰਚੇ ਦੀ ਸਿੱਧੀ ਜਿਹੜੀ ਹੈ ਤਾਰ ਹੈ ਜਗਤਾਰ ਸਿੰਘ ਹਵਾਰਾ ਨਾਲ ਚੱਲਦੀ ਹੈ, ਫਿਰ ਪੰਜ ਪਿਆਰੇ ਸਾਡੇ ਕੋਲ ਨੇ, ਫਿਰ ਸਾਡੀ ਸਲਾਹਕਾਰ ਕਮੇਟੀਆਂ ਨੇ, ਤੇ ਜਿੰਨਾ ਚਿਰ ਉਹ ਸਾਰੇ ਪ੍ਰਬੰਧਕ ਇਸ ਮਾਮਲੇ ਦੀ ਕੋਈ ਸਲਾਹ ਨਹੀਂ ਕਰਦੇ, ਕੋਈ ਫੈਸਲਾ ਨਹੀਂ ਲੈਂਦੇ, ਮੇਰੇ ਇਕੱਲੇ ਦੀ ਕੀ ਗੱਲ ਬਣੇਗੀ। ਇਸ ਕਰਕੇ ਉਹਨਾਂ ਨੂੰ ਇਹ ਕਿਸੇ ਰਾਜਨੀਤਿਕ ਮਾਮਲੇ 'ਚ ਪ੍ਰੇਰਿਤ ਹੈ, ਅਤੇ ਖਾਸ ਕਰਕੇ ਕਿਉਂਕਿ ਇਸ ਮੋਰਚੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇਹ ਲੋਕੀ ਮਹਿਸੂਸ ਕਰਦੇ ਨੇ ਵੀ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸੀ, ਉਹ ਫੇਲ ਹੋ ਗਏ। ਤੁਸੀਂ ਮੰਨਦੇ ਹੋ ਕਿ ਮਾਈਂਡ ਵਾਸ਼ ਹੈ ਉਹ, ਇਹ ਸਾਰੀ ਸਟੇਟਮੈਂਟ ਕਿਸੇ ਪਾਰਟਿਕੂਲਰ ਪੋਲੀਟੀਕਲ ਪਾਰਟੀ ਜਿਸ ਨੂੰ ਉਹ ਕਹਿ ਹੀ ਰਹੇ ਅਕਾਲੀ, ਮੈਂ ਅਕਾਲੀ ਹਾਂ ਤੇ ਅਕਾਲੀ ਰਵਾਂਗਾ, ਸੋ ਉਸ ਚੀਜ਼ ਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਤੁਹਾਨੂੰ ਲੱਗਦਾ ਹੈ? ਕਿਉਂਕਿ ਉਹ ਪੋਲੀਟੀਕਲ ਪਾਰਟੀ ਆਪ ਵੀ ਸਿਗਨੇਚਰ ਕੈਂਪੇਨ ਔਰ ਇਸ ਮੋਰਚੇ ਨੂੰ ਕਿਸੇ ਨਾ ਕਿਤੇ ਸਪੋਰਟ ਦੇ ਰਹੀ ਹੈ, ਸਿਗਨੇਚਰ ਕੈਂਪੇਨ। ਇਹ ਗੱਲ ਹੀ ਜਿਹੜੀ ਹੈ, ਗੱਲ ਹੀ ਇੱਥੇ ਮੁੱਕਦੀ ਹੈ ਜੀ। ਇਹ ਪੋਲੀਟੀਕਲੀ ਪ੍ਰੇਰਿਤ ਹੈ ਔਰ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ। ਹਾਲਾਂਕਿ ਇਹ ਉਹਨਾਂ ਨੂੰ ਫਾਇਦਾ ਨਹੀਂ ਪਹੁੰਚਾਏਗਾ, ਕਿਉਂਕਿ ਜਿਹੜਾ ਆਦਮੀ ਸੱਚ ਹੱਕ ਦੀ ਗੱਲ ਨਹੀਂ ਕਰ ਰਿਹਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਸਤਖਤ ਕਰਾ ਰਹੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਇਹ ਕਿਤੇ ਕ੍ਰੈਡਿਟ ਲੈ ਲੇਗਾ। ਉਹ ਕੀ ਕਰ ਰਹੇ ਨੇ? ਗੱਲ ਅਸਲੀ ਇਹ ਪੋਲੀਟੀਕਲ ਬਹੁਤ ਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਨਾ, ਇਹਦੇ 'ਚ ਪੋਲੀਟੀਕਲ ਸਾਰੀਆਂ ਗੱਲਾਂ ਨੇ। ਰਾਜਨੀਤਿਕ ਤੌਰ ਤੇ ਅੱਜ ਸਰਕਾਰ ਫੈਸਲਾ ਲੈ ਲੇ ਉਹਨੂੰ ਛੱਡ ਦੇਣਾ, ਕੋਈ ਕਾਨੂੰਨ ਨਹੀਂ ਜਿਹੜਾ ਵੀ ਉਹਨਾਂ ਨੂੰ ਅੰਦਰ ਰੱਖ ਸਕੇ। ਇਸ ਕਰਕੇ ਰਾਜਨੀਤਿਕ ਤੌਰ ਤੇ ਅਕਾਲੀ ਦਲ ਫੇਲ ਹੋ ਚੁੱਕਾ ਹੈ। ਤਦੇ ਹੀ ਅਕਾਲੀ ਦਲ ਦੀ ਜਿਹੜੀ ਮਾਨਤਾ ਐਰਕਾਂ 3 ਸੀਟਾਂ ਹੋਣੀਆਂ ਕਿੱਡੀ ਬਦਨਾਮੀ ਵਾਲੀ ਗੱਲ ਹੈ। ਸੋ ਹੁਣ ਅਕਾਲੀ ਦਲ ਇਹਦੇ 'ਚੋਂ ਰਾਜਨੀਤਿਕ ਜਿਹੜਾ ਹੈ ਮਾਨਤਾ ਲੈਣਾ ਚਾਹੁੰਦਾ ਹੈ, ਇਹ ਨਹੀਂ ਰਿਹਾ। ਲੋਕੀ ਉਹਨਾਂ ਦੇ ਨਾਲ ਚੱਲ ਨਹੀਂ ਰਹੇ, ਨਾ ਉਹ ਚਲਾਉਣ ਦੀ ਗੱਲ ਕਰ ਰਹੇ ਆ। ਇਸ ਕਰਕੇ ਉਹ ਬਿਆਨ ਦੇ ਕੇ ਕੋਸ਼ਿਸ਼ ਕਰਦੇ ਵੀ ਇਸ ਮੋਰਚੇ ਨੂੰ ਬਿਆਨ ਬਦਨਾਮ ਕਰਕੇ ਪਿੱਛੇ ਹਟੇ, ਚਾਹੇ ਇਹਦੀ ਮਾਨਤਾ ਨਾ ਲੋਕੀ ਕਰਨ, ਤਾਂ ਕਿ ਸਾਡੀ ਜਿਹੜੀ ਹੋਰ ਨੁਕਸਾਨ ਨਾ ਹੋਵੇ। ਸਰ, ਕੀ ਕੋਈ ਪਾਸਟ ਦੇ ਵਿੱਚ ਜਦੋਂ ਤੁਸੀਂ ਕੇਸ ਹੀ ਲੜਦੇ ਰਹੇ ਹੋ, ਕੀ ਕੋਈ ਗਰਜ ਰਿਹਾ ਹੈ, ਕੋਈ ਇਸ ਤਰੀਕੇ ਦੀ ਆਰਗੂਮੈਂਟ ਹੋਈ ਹੈ ਵੀ ਹੁਣ ਇਸ ਕੇਸ ਤੇ ਵੀ ਤੁਸੀਂ ਨਹੀਂ ਹੈਗੇ ਤੇ ਉਹ ਤੁਹਾਨੂੰ ਮੰਨਦੇ ਹੀ ਨਹੀਂ ਗਏ ਵੀ ਤੁਸੀਂ ਕਿਸੇ ਵੀ ਪਾਰਟ ਤੋਂ ਉਹਨਾਂ ਦੇ ਕੇਸ ਲੜੇ? ਨਹੀਂ, ਮੰਨਣ ਚਾਹੇ ਨਾ ਮੰਨਣ, ਇਹ ਹਕੀਕਤ ਹੈ ਵੀ 1995 ਤੋਂ ਲੈ ਕੇ 2000 ਤੱਕ ਇਹਨਾਂ ਦਾ ਮੈਂ ਕੇਸ ਲੜਦਾ ਰਿਹਾ। ਕੇਸ ਮੈਂ ਤਾਂ ਹੀ ਲੜਾਂਗੇ ਜੇ ਇਹਨਾਂ ਨੇ ਮੈਨੂੰ ਵਕਾਲਤਨਾਮਾ ਦਿੱਤਾ ਹੋਵੇ, ਆਪਣਾ ਵਕੀਲ ਮੰਨਿਆ ਹੋਵੇ, ਤੇ ਵਕੀਲ ਮੰਨਣ ਦੇ ਨਾਤੇ ਮੈਂ ਇਹਨਾਂ ਦਾ ਕੇਸ ਕਰਦਾ ਰਿਹਾ। ਹੁਣ ਸਾਰਿਆਂ ਦਾ ਮੈਂ ਕਰਦਾ ਰਿਹਾ, ਜਿੰਨੇ ਵੀ ਮੁਲਜ਼ਮ ਸਨ, ਜਿੰਨੇ ਵੀ ਇਹਦੇ 'ਚ ਬੰਦੇ ਸਨ, ਜਗਤਾਰ ਸਿੰਘ ਜੀ ਵਾਰਾ, ਹੁਣ ਬਾਕੀ ਸਾਰਿਆਂ ਦਾ ਕੇਸ ਲੜਦਾ ਰਿਹਾ, ਨਾਲ ਹੀ ਇਹਨਾਂ ਦਾ ਲੜਦਾ ਰਿਹਾ। 2005 ਦੇ ਲਗਭਗ ਇਹਨਾਂ ਨੇ ਕਿਹਾ ਵੀ ਮੈਂ ਹੁਣ ਵਕੀਲ, ਮੈਂ ਨਹੀਂ ਕੇਸ ਲੜਨਾ, ਇਸ ਕਰਕੇ ਤੁਸੀਂ ਮੇਰੇ ਵਕੀਲ ਨਹੀਂ। ਮੈਂ ਕਿਹਾ ਬਹੁਤ ਵਧੀਆ, ਮੈਂ ਉਦੋਂ ਪੇਸ਼ ਹੋਣਾ ਜਿਹੜਾ ਬੰਦ ਹੋ ਗਿਆ। ਤੇ ਇਸ ਕਰਕੇ ਉਸ ਮਾਮਲੇ 'ਚ ਵੀ ਸਾਡੀ ਕੋਈ ਤਕਰਾਰ ਨਹੀਂ। ਇਹਨੇ ਵਕੀਲ ਰੱਖਣਾ ਚਾਹੇ ਨਹੀਂ ਰੱਖਣਾ, ਇਹਦੀ ਮਨਸ਼ਾ ਹੈ, ਇਹਦੀ ਆਪਣੀ ਮਰਜ਼ੀ ਹੈ। ਤੇ ਜੇ ਮੈਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਮੈਂ ਬਦੋਬਦੀ ਵੀ ਇਹਨਾਂ ਦਾ ਵਕੀਲ ਨਹੀਂ ਬਣ ਸਕਦਾ, ਨਾ ਮੈਂ ਬਣਿਆ ਹੀ ਹਾਂ। ਗੱਲ ਇੱਥੋਂ ਆ ਗਈ ਹੈ ਨਾ ਵੀ ਇਹ ਜਿਹੜੀ ਪੋਲੀਟੀਕਲੀ ਜਿਹੜੇ ਹੈ ਡਿਫਰੈਂਸਿਸ ਅਕਾਲੀ ਦਲ ਦੇ, ਬਾਕੀ ਜਿਹੜੇ ਸਿੱਖ ਪੰਥ ਦੀਆਂ ਧਿਰਾਂ ਨੇ, ਤੇ ਖਾਸ ਕਰਕੇ ਜਗਤਾਰ ਸਿੰਘ ਹਵਾਰਾ ਜਿਹਨੇ ਕਿ ਉਹਨੂੰ ਆਪਣਾ ਹੀ ਜਿਹੜਾ ਹੈ ਨਵਾਂ ਇੱਕ ਮੂਵਮੈਂਟ ਪੰਜਾਬ 'ਚ ਚਲਾ ਦਿੱਤੀ ਹੈ, ਜਿਹੜਾ ਕੌਮੀ ਇਨਸਾਫ ਮੋਰਚੇ ਦੀ ਤਰ੍ਹਾਂ, ਇਹਨਾਂ ਦੇ ਇਸ ਮੋਰਚੇ ਦੇ ਨਾਲ ਬਾਦਲ ਦਲ ਨੂੰ ਹੋਰ ਨੁਕਸਾਨ ਪਹੁੰਚ ਰਿਹਾ ਵੀ ਇਹ ਅਜੇ ਵੀ ਸਿੱਖ ਪੰਥ ਦੇ ਸੁਹਿਰਦ ਨਹੀਂ ਕੰਮ ਕਰ ਰਹੇ, ਬੰਦੇ ਛੋੜ ਦੀ ਇਹਨਾਂ ਦੀ ਕੋਈ ਮਨਸ਼ਾ ਨਹੀਂ। ਤੇ ਇਸ ਕਰਕੇ ਉਹਨਾਂ ਨੂੰ ਇਹ ਲੱਭਾ ਵੀ ਆਪਾਂ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ, ਜਿਹੜਾ ਕਿ ਮੋਰਚਾ ਇਸ ਕਰਕੇ ਬਦਨਾਮ ਨਹੀਂ ਹੋਏਗਾ। ਸਰ, ਪਰ ਉਹਨਾਂ ਨੂੰ ਇਹ ਚੀਜ਼ ਨਹੀਂ ਨਜ਼ਰ ਆ ਰਹੀ ਕਿ ਪੋਸਟਰਾਂ ਦੇ ਵਿੱਚ ਉਹਨਾਂ ਦੀ ਵੀ ਫੋਟੋ ਹੈ, ਜਗਤਾਰ ਸਿੰਘ ਹਵਾਰਾ, ਪਰਮਜੀਤ ਪਿਓਰਾ, ਇਹ ਸਾਰਿਆਂ ਦੇ ਨਾਮ ਨੇ, ਰਾਜਵਾਨਾ ਜੀ ਦੀ ਵੀ ਹੈਗੀ ਹੈ। ਲੇਕਿਨ ਇਸ ਤਰੀਕੇ ਦੀ ਸਟੇਟਮੈਂਟ ਦਾ ਨਾ ਸਿਰਫ ਮੋਰਚੇ ਨੂੰ ਨਹੀਂ ਢਾਹ ਲਾਏਗਾ, ਲੇਕਿਨ ਜੋ ਮੋਟਿਵ ਹੈ ਸਿੱਖ ਪੰਥ ਦਾ ਜਾਂ ਸਿੱਖ ਕੌਮ ਦਾ ਇਸ ਵੇਲੇ, ਉਸ ਨੂੰ ਵੀ ਢਾਹ ਲਾਏਗਾ। ਨਹੀਂ, ਬਿਲਕੁਲ ਨਹੀਂ। ਸਿੱਖ ਪੰਥ ਇਹ ਜਾਣ ਚੁੱਕਾ ਹੈ ਵੀ ਕਿਹੜਾ ਹੈ, ਕਿੱਥੇ ਹੈ, ਕੀ ਉਹਦੇ 'ਚ ਕਸੂਰ ਹੈ, ਕਿਸੇ 'ਚ
ਅਜੇ ਤੱਕ ਰੱਬ ਕਰੇ ਜੇ ਅਸੀਂ ਪਿਛਲੇ 50-52 ਸਾਲ ਤੋਂ ਬਗੈਰ ਬੇਦਾਗ ਸੇਵਾ ਕਰ ਰਹੇ ਹਾਂ ਤੇ ਹੁਣ ਸਾਡੇ ਤੇ ਕੀ ਦਾਗ ਲੱਗ ਜਾਣੇ ਆ। ਇਹ ਮੋਰਚਾ ਤਾਂ ਪਤਾ ਨਹੀਂ ਸਾਲ ਚੱਲਣਾ, 6 ਮਹੀਨੇ ਚੱਲਣਾ, 2 ਸਾਲ ਚੱਲਣਾ ਹੈ। ਇਸ ਮੋਰਚੇ 'ਚ ਅਸੀਂ ਕੀ ਖੱਟਣਾ ਕੀ ਚਾਹੁੰਦੇ ਹਾਂ? ਮੈਨੂੰ ਕੋਈ ਲੀਡਰੀ ਦੀ ਭੁੱਖ ਹੈ, ਚਾਹੇ ਮੈਂ ਕੋਈ ਰਾਜਨੀਤਿਕ ਅਹੁਦਾ ਚਾਹੁੰਦਾ ਹੈ, ਚਾਹੇ ਮੈਨੂੰ ਕੋਈ ਇਹਦੇ 'ਚੋਂ ਪੈਸੇ ਦੀ ਲੋੜ ਹੈ, ਮੇਰੇ ਕੋਲ ਸਾਰਾ ਕੁਝ ਹੈਗਾ। ਮੇਰੀ ਆਪਣੀ ਅਜੇ ਤੱਕ ਵੀ ਜਿਹੜੀ ਵਕੀਲੀ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ। ਪੈਸੇ ਲੋੜ ਤੋਂ ਵੱਧ ਆ ਜਾਂਦੇ ਨੇ ਅਤੇ ਮੈਂ ਇਸ ਮੋਰਚੇ 'ਚੋਂ ਕੋਈ ਪ੍ਰੋਫਿਟ ਲਈ ਥੋੜ੍ਹਾ ਨਾਲ ਲੱਗਾ ਹੈ ਅਤੇ ਇਸ ਕਰਕੇ ਜੇ ਮੇਰਾ ਮੋਟਿਵ ਵੀ ਕੋਈ ਨਹੀਂ ਗੈਰ ਕਾਨੂੰਨੀ, ਮੇਰਾ ਇੱਕੋ ਹੀ ਆ ਵੀ ਬੰਦੀ ਸਿੰਘ ਗਲਤ ਤਰੀਕੇ ਦੇ ਨਾਲ ਅੰਦਰ ਰੱਖੇ ਗਏ ਨੇ, ਗੈਰ ਕਾਨੂੰਨੀ ਰੱਖੇ ਗਏ ਨੇ, ਇਨਸਾਨੀਅਤ ਨਹੀਂ, ਹਿਊਮਨ ਰਾਈਟਸ ਨਹੀਂ ਮੰਨਦੇ। ਇਸ ਕਰਕੇ ਉਹਨਾਂ ਦੇ ਛਡਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਅਤੇ ਇਹਦੇ ਨਾਲ ਮੈਂ ਰਾਜਨੀਤਿਕ ਤੌਰ 'ਤੇ ਕੀ ਫਾਇਦਾ ਉਠਾਉਣਾ ਚਾਹੁੰਦਾ। ਇਸ ਕਰਕੇ ਇਹ ਬਿਲਕੁਲ ਜੋ ਲੋਕ ਇਹ ਕਹਿੰਦੇ ਨੇ ਵੀ ਇਹ ਸਿਆਸੀ ਮੋਰਚਾ ਹੈ, ਉਹ ਬਿਲਕੁਲ ਗਲਤ ਨੇ। ਉਹ ਲੋਕ ਨੇ ਜਿਨ੍ਹਾਂ ਦੀ ਜ਼ਮੀਰ ਨਹੀਂ ਹੈਗੀ, ਜਿਹੜੇ ਅਸਲੀਅਤ ਨੂੰ ਜਿਹੜਾ ਹੈ ਪਛਾਣਨਾ ਨਹੀਂ ਚਾਹੁੰਦੇ। ਇੱਕ ਛੋਟੀ ਆਪਣੇ ਰਾਜਨੀਤਿਕ ਅਹੁਦਿਆਂ 'ਤੇ, ਰਾਜਨੀਤਿਕ ਪਦਵੀਆਂ 'ਤੇ ਹੋਣ ਕਰਕੇ ਬਿਆਨ ਦੇ ਰਹੇ ਨੇ ਝੂਠੇ। ਸਰ, ਰਾਜੋਆਣਾ ਜੀ ਦੀ ਇਸ ਸਟੇਟਮੈਂਟ ਦੇ ਉੱਪਰ ਕਈ ਪੋਲੀਟੀਕਲ ਪਾਰਟੀਜ਼ ਜਿਹੜੀ ਹੁਣ ਸੱਤਾ ਤੋਂ ਬਾਹਰ ਹੈ ਉਹਨਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ, ਕਿਉਂਕਿ ਹਰਜੀਤ ਗਰੇਵਾਲ ਜਿਹੜੇ ਬੀਜੇਪੀ ਦੇ ਨੇ ਉਹਨਾਂ ਵੱਲੋਂ ਵੀ ਸਟੇਟਮੈਂਟ ਦਿੱਤੀ ਗਈ ਹੈ ਵੀ ਸਿੱਖ ਬੰਦੀਆਂ ਦੀ ਜਿਹੜੀ ਰਿਹਾਈ ਲਈ ਮੋਰਚਾ ਲੱਗਿਆ, ਇਸ ਦੀ ਮਨਸ਼ਾ ਕੁਝ ਹੋਰ ਹੈ, ਸਿਆਸੀ ਹੈ। ਕੀ ਮਨਸ਼ਾ ਹੋ ਸਕਦੀ ਹੈ? ਗਰੇਵਾਲ ਨੂੰ ਇਸ ਮੋਰਚੇ ਦੇ ਬਾਰੇ ਬਿਆਨ ਦੇਣ ਦਾ ਕੀ ਹੱਕ ਹੈ? ਉਹਦੀ ਸਰਕਾਰ ਜਿਹੜੀ ਹੈ ਇਸ ਵੇਲੇ ਕਟਹਿਰੇ 'ਚ ਖੜੋਤੀ ਹੈ ਵੀ 25-25 30-30 ਸਾਲ ਦੇ ਬੰਦੇ ਕਿਉਂ ਨਹੀਂ ਛੱਡੇ, ਕਿਹੜਾ ਕਾਨੂੰਨ ਹੈ? ਇਹਦੇ ਬਾਰੇ ਕਿਉਂ ਨਹੀਂ ਉਹ ਗੱਲ ਕਰ ਲੈਂਦਾ? ਸਾਡੇ ਬਾਰੇ ਅਸੀਂ ਮੋਰਚਾ ਜਿਹੜਾ ਹਿਲਾਉਣ ਦੀ ਸਾਨੂੰ ਕਿਉਂ ਨੌਬਤ ਪਹੁੰਚੀ? ਗੈਰ ਕਾਨੂੰਨੀ ਉਹਨਾਂ ਦੀ ਸਰਕਾਰ ਕਰ ਰਹੀ ਹੈ, ਉਹ ਕਰ ਰਹੇ ਨੇ। ਆਪਣੀ ਸਰਕਾਰ ਨੂੰ ਭੰਡਣ ਦੀ ਜਗ੍ਹਾ ਸਾਨੂੰ ਭੰਡਣਗੇ, ਕੀ ਫਾਇਦਾ ਉਹਨਾਂ ਨੂੰ? ਅਸਲੀ ਜਿਹੜੀ ਬਿਮਾਰੀ ਹੈ ਉਹਨੂੰ ਦੂਰ ਕਰਨ ਲਈ ਗਰੇਵਾਲ ਕੀ ਕਰੇਗਾ? ਕੀ ਕੀਤਾ ਹੈ ਉਹਨੇ? ਇੱਕ ਉਹ ਲੋਕ ਜਿਹੜੇ ਇੱਥੇ ਦਖਲਅੰਦਾਜ਼ੀ ਕਰਨ ਦੇ ਵਿੱਚ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੀ ਕੋਈ ਸਮਾਜ ਦੇ ਵਿੱਚ ਮਾਨਤਾ ਹੀ ਨਹੀਂ, ਸਿਵਾਏ ਪਾਰਟੀ ਪੋਲੀਟਿਕਸ 'ਚੋਂ ਨਿੱਕੇ ਅਹੁਦੇ ਲੈ ਕੇ ਤੇ ਉਹ ਤੁਰੇ ਫਿਰਦੇ ਨੇ। ਦੱਸੋ ਹੁਣ ਗਰੇਵਾਲ ਦੀ ਪੰਜਾਬ ਦੇ ਪੋਲੀਟਿਕਸ 'ਚ ਕੀ ਦੇਣ ਆ? ਮੇਰੀ ਦੇਣ ਆ? ਮੈਂ ਉਹ ਕੇਸ ਕੀਤਾ ਹੈ ਗਿੱਲ ਬਜਾਜ, ਗਿੱਲ ਨੂੰ ਕੈਦ ਕਰਵਾਈ ਆ। ਬੇਅੰਤ ਸਿੰਘ ਮਰਡਰ ਕੇਸ ਹੋਇਆ ਹੈ, ਉਹਨਾਂ ਦੇ ਡਿਫੈਂਡ ਕੀਤਾ ਹੈ। ਜਿੱਦਣ ਬੇਅੰਤ ਸਿੰਘ ਮਰ ਗਿਆ ਹੈ ਗਿੱਲ ਨੂੰ ਕੈਦ ਹੋ ਗਈ ਹੈ। ਪੰਜਾਬ ਦੇ ਵਿੱਚ 95% ਫਾਲਸ ਇਨਕਾਊਂਟਰ ਬੰਦ ਹੋ ਗਏ ਸੀ। ਗਿੱਲ ਨੂੰ ਕੈਦ ਹੋਣ ਦੇ ਨਾਤੇ ਔਰਤਾਂ ਦਾ ਸੈਕਸੁਅਲ ਐਕਸਪਲੋਇਟੇਸ਼ਨ ਮਿਨੀਮਾਈਜ਼ ਹੋ ਗਿਆ ਸੀ। ਨਹੀਂ ਸਰ, ਉਹ ਤੇ ਠੀਕ ਹੈ। ਤੁਸੀਂ ਮੈਂ ਆਪਣੀ ਕੰਟਰੀਬਿਊਸ਼ਨ ਦੱਸਾਂ ਵੀ ਗਰੇਵਾਲ ਸਾਡੇ ਨਾਲ ਕੀ ਕੰਪੇਅਰ ਕਰ ਸਕਦਾ ਆਪਣੇ ਆਪ ਨੂੰ? ਅਸੀਂ ਲੋਕ ਸਮਾਜ ਦੇ ਤੌਰ 'ਤੇ ਵੱਡੀਆਂ ਤਬਦੀਲੀਆਂ ਲਿਆਂਦੀਆਂ ਨੇ, ਉਹਨਾਂ ਦੇ ਨਾਲ ਚੱਲੇ ਹਾਂ ਅਤੇ ਗਰੇਵਾਲ ਦੀ ਕੀ ਦੇਣ ਹੋ ਸਕਦੀ? ਗਰੇਵਾਲ ਮੈਨੂੰ ਕਹੇ ਚਾਹੇ ਮੇਰੇ ਮੋਰਚੇ ਨੂੰ ਕਹੇ, ਉਹਨੂੰ ਕੀ ਹੱਕ ਹੈ? ਲੋਕੀ ਆਇਆ ਇੰਨੇ ਅਣਜਾਣ ਨੇ। ਗਰੇਵਾਲ ਅਣਜਾਣ ਤਾਂ ਹੋ ਸਕਦਾ, ਜਿਹੜੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਆ ਰਹੇ ਨੇ ਉਹਨਾਂ ਨੂੰ ਸਮਝਾਉਣਾ ਚਾਹੁੰਦਾ, ਉਹਨਾਂ ਨੂੰ ਸਮਝਾਉਂਦਾ ਵੀ ਨਾ ਜਾਓ, ਆਇਆ ਉਹਦੀ ਮੰਨ ਜਾਣਗੇ। ਸਾਡੇ 'ਤੇ ਕਿਉਂ ਨਹੀਂ ਕਹਿਣਾ? ਵੇਖ ਲੈਂਦੇ ਹਾਂ ਗਰੇਵਾਲ ਦੇ ਬਿਆਨ ਦਾ ਕਿੰਨਾ ਕੁ ਲੋਕਾਂ 'ਤੇ ਅਸਰ ਪੈਂਦਾ। ਸਾਡਾ ਮੋਰਚਾ ਜਿਹੜਾ ਹੈ ਵੱਧਦਾ ਹੈ ਚਾਹੇ ਘਟਦਾ ਹੈ, ਗਰੇਵਾਲ ਦੀ ਬਿਆਨ ਦਾ ਜਿਹੜਾ ਆਜੂਗਾ 2-4 ਦਿਨ ਦਾ ਅਸਰ। ਇਸ ਕਰਕੇ ਬੇਤੁਕਾ ਬਿਆਨ ਦਿੱਤਾ ਗਿਆ ਹੈ। ਏਡਾ ਵੱਡਾ ਰਾਜਨੀਤਿਕ ਪੇੜ 'ਚ ਹੋਣ ਕਰਕੇ ਇੱਦਾਂ ਦਾ ਜਿਹੜਾ ਹੈ ਘਟੀਆ ਔਰ ਜਿਹੜਾ ਹੈ ਫਜ਼ੂਲ ਬਿਆਨ ਜਿਹੜਾ ਸ਼ੋਭਾ ਨਹੀਂ ਦਿੰਦਾ। ਐਜ਼ ਅ ਵਕੀਲ, ਕਿਉਂਕਿ ਤੁਸੀਂ ਰੋਜ਼ ਹੀ ਇੱਦਾਂ ਦੇ ਕੇਸ ਹੈਂਡਲ ਕਰਦੇ ਹੋ, ਜਿਹਦੇ ਲਈ ਮੋਰਚੇ ਲੱਗੇ ਹੈ, ਜਿਹੜੇ ਬੰਦੀ ਸਿੰਘ ਅੱਜ ਜੇਲ੍ਹ 'ਚ ਬੈਠੇ ਨੇ ਉਹਨਾਂ ਦੀ ਰਿਹਾਈ ਲਈ ਮੋਰਚੇ ਲੱਗੇ ਅਤੇ ਉਹਨਾਂ ਦੇ ਇੱਕ ਬੰਦੀ ਵੱਲੋਂ ਕਹਿ ਦਿੱਤਾ ਗਿਆ ਮੇਰਾ ਇਨਸਾਫ ਮੋਰਚਾ ਨਾਲ ਲੈਣਾ ਦੇਣਾ ਨਹੀਂ। ਇਹਦੇ ਪਿੱਛੇ ਦੇਖਦੇ ਕੀ ਹੋ ਤੁਸੀਂ? ਕਿਉਂ ਇਸ ਤਰੀਕੇ ਦੇ ਬਿਆਨ ਦਿੱਤੇ ਜਾਂਦੇ? ਦੇਖੋ, ਇਹ ਰਾਜਨੀਤਿਕ ਤੌਰ 'ਤੇ ਬਾਦਲ ਦਲ ਦੇ ਨਾਲ ਬਲਵੰਤ ਸਿੰਘ ਦਾ ਤੁਰਨ ਫਿਰਨ ਹੋਣ ਕਰਕੇ, ਚਾਹੇ ਉਹਨਾਂ ਦੇ ਨਾਲ ਸਹਿਮਤੀ ਹੋਣ ਕਰਕੇ ਬਿਆਨ ਦਿੱਤਾ ਗਿਆ। ਉਹ ਇਹ ਸਮਝਦੇ ਨੇ ਵੀ ਇਹ ਮੋਰਚਾ ਜਿਹੜਾ ਹੈ ਢਹਿੰਦੀ ਕਲਾ 'ਚ ਜਾਵੇ, ਚਾਹੇ ਸਫਲ ਨਾ ਹੋਵੇ, ਤਾਂ ਕਿ ਇਹ ਸਾਰਾ ਦੇ ਸਾਰਾ ਕ੍ਰੈਡਿਟ ਮੋਰਚੇ ਨੂੰ ਨਾ ਆਵੇ। ਉਹ ਬਾਦਲ ਨੂੰ ਮੋਰਚਾ ਦਿਵਾਉਣਾ ਕਿਸ ਤਰ੍ਹਾਂ ਕ੍ਰੈਡਿਟ ਦਿਵਾਉਣਾ ਚਾਹੁੰਦੇ? ਉਹ ਕੋਈ ਬਾਦਲ ਕਦਮ ਇਸ ਮਾਮਲੇ ਵਿੱਚ ਪੁੱਟੇਗਾ ਤਾਂ ਹੀ ਉਹਨਾਂ ਨੂੰ ਕ੍ਰੈਡਿਟ ਮਿਲੇਗਾ। ਬਾਦਲ ਆਇਆ ਕਾਗਜ਼ਾਂ 'ਤੇ ਦਸਤਖਤ ਕਰਾ ਕੇ ਭਾਵੇਂ 2 ਕਰੋੜ ਕਰਵਾ ਲਏ, ਭਾਵੇਂ 10 ਕਰੋੜ ਕਰ ਲਏ, ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਮੰਨ ਜਾਏਗੀ? ਆਇਆ ਲੋਕੀ ਮੰਨ ਜਾਣਗੇ? ਆਇਆ ਜਿਨ੍ਹਾਂ ਕੋਲ ਦਸਤਖਤ ਕਰਾ ਰਹੇ ਨੇ ਉਹਨਾਂ ਕੋਲ ਤਾਂ ਭੋਲੇ ਭਾਲ ਜਾ ਕੇ ਕਾਗਜ਼ ਰੱਖਦੇ ਹੋ ਅਤੇ ਦਸਤਖਤ ਕਰਾ ਲਓ। ਹੁਣ ਦਸਤਖਤ ਕਰਨ ਨੂੰ ਤਾਂ ਇੱਕ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰ ਵੀ ਕਰੀ ਜਾਂਦਾ ਹੈ। ਉਹਨੂੰ ਕੀ ਲੋੜ ਸੀ? ਕਿੱਡੀ ਵੱਡੀ ਹਾਦਸਾ ਹੋਈ ਨਹੀਂ ਆ ਵੀ ਜਿਨ੍ਹਾਂ ਬੰਦਿਆਂ ਨੇ ਪਾਵਰ 'ਚ ਹੋ ਕੇ
ਸਾਡੇ ਬੰਦੇ ਗੈਰ ਕਾਨੂੰਨੀ ਨੇ ਰੱਖੇ ਨੇ, ਉਹੀ ਕਹੀ ਜਾਂਦੇ ਨੇ ਵੀ ਮੈਂ ਦਸਤਖਤ ਕਰ ਦੇਣਾ। ਉਹ ਕਿਉਂ ਨਹੀਂ ਕਹਿੰਦਾ ਵੀ ਉੱਥੇ ਦਿੱਲੀ ਜਾ ਕੇ ਆਪਾਂ ਬੰਦੇ ਛੱਡ ਦਿੱਤੇ, ਇਹ ਮੋਰਚਾ ਜਿਹੜਾ ਉਸੇ ਦਿਨ ਖਤਮ ਹੋ ਜਾਂਦਾ। ਪਰ ਐਸਜੀਪੀਸੀ ਦੇ ਹਰਿੰਦਰ ਸਿੰਘ ਧਾਮੀ ਇੱਥੇ ਆਏ ਸੀਗੇ, ਜਿਸ ਤਰੀਕੇ ਨਾਲ ਉਹਨਾਂ ਦਾ ਵਤੀਰਾ ਹੋਇਆ, ਮੈਨੂੰ ਲੱਗਦਾ ਹੁਣ ਪੋਲੀਟੀਕਲ ਪਾਰਟੀਆਂ ਵੀ ਡਰਦੀਆਂ ਜੇਕਰ ਆਣਾ ਵੀ ਚਾਹਨ ਹੋ ਇਸ, ਚਾਹੇ ਉਹ ਪੋਲੀਟੀਕਲੀ ਮੋਟਿਵ ਦੇ ਪਿੱਛੇ ਹੀ ਆਣਾ ਚਾਹਨ ਇਸ ਮੋਰਚੇ ਦੇ ਵਿੱਚ, ਤਾਂ ਲੱਗਦਾ ਹੈ ਇਹ ਚੀਜ਼ ਵੀ ਢਾਲ ਲਗਾਉਂਦਾ ਹੈ। ਨਹੀਂ, ਇਹ ਗੱਲ ਜਿਹੜੀ ਹੈ ਗਲਤ ਪ੍ਰਚਾਰ ਹੋਇਆ, ਚਾਹੇ ਕੀਤਾ ਜਾ ਰਿਹਾ ਹੈ। ਪ੍ਰਧਾਨ ਧਾਮੀ ਸਾਹਿਬ ਨੂੰ ਇੱਥੇ ਕੀ ਹੋਇਆ ਹੈ? ਉਹਨਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ ਗਿਆ। ਜਿੰਨਾ ਚਿਰ ਉਹ ਬੋਲਦੇ ਰਹੇ, ਕਿਸੇ ਨੇ ਤੂੰ ਨਹੀਂ ਕਿਹਾ, ਕਿਸੇ ਨੇ ਉਹਨਾਂ ਦੀ ਸ਼ਾਨ ਦੇ ਖਿਲਾਫ ਗੱਲ ਨਹੀਂ ਕੀਤੀ, ਠੀਕ ਹੈ ਨਾ। ਉਹਨਾਂ ਦੇ ਬੋਲਣ ਤੋਂ ਇੱਕ ਹੋਰ ਆਦਮੀ ਨੇ ਬੋਲਿਆ, ਉਹਨੇ ਬਾਦਲਾਂ ਦੇ ਖਿਲਾਫ ਬੋਲਿਆ ਹੈ। ਮੇਰੇ ਕੋਲ ਧਾਮੀ ਸਾਹਿਬ ਬੈਠੇ ਨੇ, ਉਹ ਜਦੋਂ ਬਾਦਲਾਂ ਦੇ ਖਿਲਾਫ ਉਹਨੇ ਸ਼ੁਰੂ ਕੀਤਾ, ਉਹ ਧਾਮੀ ਸਾਹਿਬ ਆਪਣੇ ਬੰਦਿਆਂ ਨੂੰ ਇਸ਼ਾਰਾ ਕਰਦੇ ਵੀ ਚਲੋ ਚੱਲੀਏ। ਮੈਂ ਉਹਨੂੰ ਬਿਠਾਇਆ ਵੀ ਜਦ ਤੁਹਾਡੇ ਖਿਲਾਫ ਬੋਲਦਾ ਹੈ ਬਾਦਲ ਦੇ, ਤੁਹਾਡਾ ਬਾਦਲ ਨੂੰ ਬੋਲਣਾ ਜੇ ਗਲਤ ਜਾਪਦਾ ਤੇ ਨਾ ਇਹਦੇ 'ਤੇ ਅਮਲ ਕਰਿਓ, ਜੇ ਠੀਕ ਸਮਝਦਾ ਤੇ ਜਾ ਕੇ ਬਾਦਲ ਨੂੰ ਕਿਉਂ ਵੀ ਬਾਦਲ ਸਾਹਿਬ ਤੁਸੀਂ ਗਲਤੀ 'ਤੇ ਆ, ਸਾਡਾ ਸਾਰਾ ਦਾ ਸਾਰਾ ਜਿਹੜਾ ਵਿਕਾਰ ਖਤਮ ਹੋਈ ਜਾ ਰਿਹਾ। ਉਹ ਨਹੀਂ ਮੰਨੇ, ਉਹਨਾਂ ਨੇ 3 ਵਾਰ ਉੱਠ ਕੇ ਜਾਣ ਦੀ ਕੋਸ਼ਿਸ਼ ਕੀਤੀ, ਮੈਂ 3 ਵਾਰ ਬਿਠਾਇਆ, ਚੌਥੀ ਦਫਾ ਉਹ ਬਜਦ ਹੋ ਕੇ ਚਲੇ ਗਏ। ਤੇ ਜੇ ਉੱਥੋਂ ਠੀਕ ਮੋਰਚੇ ਦੇ ਵਿੱਚ ਉਹਨਾਂ ਨੂੰ ਸਨਮਾਨ ਮਿਲਿਆ, ਤੇ ਜੇ ਬਾਹਰ ਕਿਸੇ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ, ਤਕਰਾਰ ਹੋ ਗਿਆ, ਤਾਂ ਮੋਰਚੇ ਦਾ ਕਿਆ ਸਨਮਾਨ ਦੇ? ਜਾਂ ਤਾਂ ਮੋਰਚੇ ਦੇ ਕਿਸੇ ਬੰਦੇ ਨੇ ਉਹਨਾਂ ਦੀ ਤੋਹੀਨ ਕੀਤੀ ਹੁੰਦੀ ਤੇ ਫਿਰ ਕੀ ਗੱਲ ਸੀ। ਜੇ ਇਹ ਗੱਲ ਹੋ ਵੀ ਗਈ ਸੀ, ਇਹਨੂੰ ਛੋਟੀ ਗਿਣਨਾ ਚਾਹੀਦਾ ਸੀ। ਇਹ ਲਿਖਦਾ ਧਾਮੀ ਸਾਹਿਬ ਵੀ ਮੋਰਚੇ ਵਾਲੇ ਨੇ ਮੈਨੂੰ ਪੂਰਾ ਸਨਮਾਨ ਦਿੱਤਾ, ਲੇਕਿਨ ਕੁਝ ਬੰਦੇ ਬਾਹਰ ਜਾਂਦਿਆਂ ਨੇ ਮੇਰੇ ਨਾਲ ਗੜਬੜ ਕੀਤੀ। ਬਟ ਉਹ ਤੇ ਕਹਿ ਰਹੇ ਆ ਵੀ ਮੋਰਚੇ ਦੇ ਹੀ ਬੰਦੇ ਸੀ। ਮੈਂ ਇਹੋ ਤੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਨੂੰ ਇਹ ਸਾਡੇ ਤੇ ਉਹਨਾਂ ਨੇ ਦੂਸ਼ਣ ਲਾਇਆ। ਠੀਕ ਹੈ, ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਅਸਲੀਅਤ ਹੈ। ਜੇ ਮੋਰਚੇ ਨੇ ਉਹਨੂੰ ਬੇਇੱਜ਼ਤੀ ਕਰਾਉਣੀ ਹੁੰਦੀ ਤਾਂ ਉਹਨੂੰ ਬੋਲਣ ਹੀ ਨਾ ਦਿੰਦਾ। ਚਾਹੇ ਬੇਇੱਜ਼ਤੀ ਕਰਾਉਣੀ ਹੁੰਦੀ ਤਾਂ ਮੋਰਚੇ ਉੱਥੇ ਪੰਡਾਲ 'ਚ ਹੀ ਅਸੀਂ ਕਰ ਦਿੰਦੇ। ਪੰਡਾਲ 'ਚ ਅਸੀਂ ਜਦੋਂ ਉਹਨਾਂ ਨੂੰ ਮਾਨਤਾ ਦਿੱਤੀ ਹੈ ਤੇ ਫਿਰ ਕਿੱਦਾਂ ਸਾਡੇ ਨਾਂ 'ਤੇ ਲਾ ਸਕਦੇ ਨੇ? ਇਹ ਗਲਤੀ ਉਹਨਾਂ ਦੀ। ਫਿਰ ਉਹਨਾਂ ਨੇ ਦੇਖੋ ਇਹਨੂੰ ਰਾਜਨੀਤਿਕ ਤੌਰ 'ਤੇ ਕਿੱਦਾਂ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਜਾ ਕੇ ਉਸ ਵੇਲੇ ਪ੍ਰੈਸ ਕਾਨਫਰੰਸ ਕਰ ਦਿੱਤੀ, ਦੂਸ਼ਣ ਮੋਰਚੇ ਵਾਲਿਆਂ 'ਤੇ ਲਾ ਦਿੱਤਾ। ਇਹਦਾ ਮਤਲਬ ਪਿਛੋਕੜ ਤੌਰ 'ਤੇ ਉਹਨਾਂ ਦਾ ਮਨ ਸਾਫ਼ ਨਹੀਂ ਸੀ ਇੱਥੇ ਆਉਣ ਦਾ। ਜੇ ਗੱਲ ਹੋਈ ਸੀ ਤਾਂ ਇਹਨੂੰ ਘਰੋਗੀ ਗੱਲ ਕਰਕੇ ਛੱਡ ਦਿੰਦੇ। ਨਤੀਜਾ ਇਹ ਨਿਕਲਿਆ, ਅਸੀਂ ਉਹਦਾ ਕਾਊਂਟਰ ਸਾਰੇ ਅਖਬਾਰਾਂ 'ਚ ਦਿੱਤਾ, ਰਾਈਟ ਅਪ ਲਿਖੇ ਗਏ ਨੇ। ਅਸੀਂ ਤਾਂ 5-5 2 ਤੋਂ 3 ਸਫ਼ੇ ਦੇ ਲੇਖ ਲਿਖੇ ਨੇ ਵੀ ਆਹ ਗੱਲ ਹੋਈ ਹੈ, ਤੁਸੀਂ ਦੱਸੋ ਵੀ ਸਾਡਾ ਕੀ ਕਸੂਰ ਹੈ। ਪੰਡਾਲ 'ਚ ਇਹਨਾਂ ਨੂੰ ਕੁਝ ਨਹੀਂ ਹੋਇਆ, ਅਸੀਂ ਕੋਈ ਬੇਇੱਜ਼ਤੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਕੀ ਜਿਹੜਾ ਆਵੇ ਠੀਕ ਆ। ਅਸੀਂ ਹੁਣ ਇਹ ਤਾਂ ਕਿਸੇ ਨੇ ਪੁੱਛ ਲਿਆ ਵੀ ਦੱਸੋ ਜੀ ਧਾਮੀ ਸਾਹਿਬ ਤੁਹਾਡੇ ਵੇਲੇ ਇਹ ਸਾਰੀਆਂ ਗੱਲਾਂ ਹੋਈਆਂ, ਤੁਸੀਂ ਠੀਕ ਕਿਉਂ ਨਹੀਂ ਕਰਦੇ? ਕਿਸੇ ਨੇ ਪੁੱਛ ਲਿਆ ਵੀ ਬਾਦਲ ਤੇ ਇਹਨਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਦੀਆਂ ਪੰਜਾਬ ਦਾ ਉਹ ਜ਼ਿੰਮੇਵਾਰ ਹੈ, ਤੇ ਧਾਮੀ ਸਾਹਿਬ ਨੂੰ ਕੀ ਨੁਕਸਾਨ ਹੋ ਗਿਆ ਸੀ? ਉਹਨਾਂ ਨੇ ਕਿਉਂ ਇਸ ਗੱਲ ਨੂੰ ਪੋਲੀਟੀਕਲ ਕੀਤਾ? ਉਹ ਧਾਰਮਿਕ ਅਦਾਰੇ ਦਾ ਸੀ, ਉਹ ਧਾਰਮਿਕ ਅਦਾਰੇ 'ਚ ਰਹਿੰਦਾ, ਉਹਨੂੰ ਪੋਲੀਟੀਕਲ ਕਿਉਂ ਬਣਾ ਦਿੱਤਾ? ਪਰ ਉਹਦੇ ਆਪ ਹੀ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਮੀਡੀਆ ਦੇ ਵਿੱਚ, ਮੈਂ ਬਿਲਕੁਲ ਸੁਤੰਤਰ ਹਾਂ, ਮੈਂ ਅਕਾਲੀ ਦਲ ਦੇ ਪ੍ਰਭਾਵ ਹੇਠ ਨਹੀਂ ਹਾਂ। ਲੇਕਿਨ ਤੁਸੀਂ ਕਹਿ ਰਹੇ ਹੋ ਵੀ ਉਹ ਇੱਥੇ ਅਕਾਲੀ ਦਲ ਦੀ ਬੁਰਾਈ ਨਹੀਂ ਸੁਣ ਪਾਏ। ਇਹ ਤਾਂ ਹੁਣ ਸਾਰਾ ਜੱਗ ਜਾਣਦਾ ਜੀ। ਜੇ ਉਹ ਪ੍ਰਧਾਨ ਦੇ ਤੌਰ 'ਤੇ ਆਜ਼ਾਦ ਹੁੰਦੇ ਤੇ ਫਿਰ ਉਹ ਕਹਿੰਦੇ ਜੀ ਮੇਰਾ ਕੰਮ ਤੇ ਧਾਰਮਿਕ ਅਦਾਰੇ 'ਤੇ ਮੈਂ ਨਹੀਂ ਇਹ ਦੱਸ ਕਰਾਉਂਦਾ, ਠੀਕ ਹੈ ਨਾ। ਆਇਆ ਇਹ ਜਿਹੜਾ ਉਹ ਕੰਮ ਕਰ ਰਹੇ ਨੇ ਇਹ ਧਾਰਮਿਕ ਸਾਰਾ, ਇਹਦੇ 'ਚ ਸਾਰੇ ਨੇ, ਧਾਰਮਿਕ ਵੀ ਹੈ, ਰਾਜਨੀਤਿਕ ਵੀ ਆ, ਨੈਤਿਕ ਵੀ ਆ, ਹਿਊਮਨ ਰਾਈਟਸ ਵੀ ਆ, ਠੀਕ ਹੈ ਨਾ। ਇਹ ਗੱਲ ਤਾਂ ਜਿਹੜੀ ਪੋਲੀਟੀਕਲ ਬਹੁਤ ਜ਼ਿਆਦਾ ਹੈ। ਅੱਜ ਪੋਲੀਟੀਕਲ ਵੇਲ ਹੋਵੇ ਗਵਰਨਮੈਂਟ ਆਫ ਇੰਡੀਆ ਦੀ, ਚਾਹੇ ਸਾਡੇ ਪੋਲੀਟੀਕਲ ਪਾਰਟੀ ਪੰਜਾਬ ਦੀ, ਬੰਦੀ ਸਿੰਘ ਕੱਲ੍ਹ ਨੂੰ ਬਾਹਰ ਆ ਸਕਦੇ ਨੇ। ਬਾਕੀ ਕਾਨੂੰਨ ਸਾਰੇ ਫੇਲ ਹੋ ਗਏ, ਧਰਮ ਸਾਰਾ ਫੇਲ ਹੋ ਗਿਆ। ਇਸ ਕਰਕੇ ਇਸ ਤੋਂ ਦੂਰ ਨਹੀਂ ਜਾ ਸਕਦੇ ਧਾਮੀ ਸਾਹਿਬ ਵੀ ਜੀ ਮੈਂ ਤਾਂ ਜਿਹੜਾ ਹੈ ਉੱਥੇ ਕਿਹਾ ਸੀ ਮੈਂ ਆਜ਼ਾਦ। ਆਜ਼ਾਦ ਕਿੱਥੋਂ ਆ? ਆਜ਼ਾਦ ਬਿਲਕੁਲ ਗਲਤ ਕਹਿੰਦੇ ਨੇ। ਸਰ ਪਿਛਲੇ ਦਿਨੋਂ ਤਾਰਾ ਜੀ ਤੇ ਪਿਓਰਾ ਜੀ ਦੇ ਵਕੀਲ ਵੱਲੋਂ ਅਲੱਗ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਸੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਖਦਸ਼ੇ ਹੈ ਤੇ ਜਿਹੜੇ ਜੇਲ੍ਹ 'ਚ ਬੰਦੀ ਸਿੰਘ ਬੈਠੇ ਨੇ ਪਿਓਰਾ ਤੇ ਤਾਰਾ ਜੀ ਵੀ ਉਹਨਾਂ ਨੂੰ ਵੀ ਖਦਸ਼ਾ ਹੈ ਕਿ ਮੋਰਚਾ ਫੇਲ ਹੋ ਸਕਦਾ ਹੈ, ਕਿਉਂਕਿ ਕਈ ਏਜੰਸੀ ਦੇ ਲੋਕ ਹੁੰਦੇ ਆ ਜਿਹੜੇ ਮੋਰਚੇ ਫੇਲ ਕਰਦੇ ਆ। ਔਰ ਉਹਨਾਂ ਨੇ ਇਹੀ ਕਿਹਾ ਵੀ ਮੋਰਚੇ ਜੇ ਸਫਲ ਹੋਣੇ ਹੈ ਤੇ ਇਸੇ ਸਟੇਜ ਤੇ ਤੁਹਾਨੂੰ ਬਹੁਤ ਵੱਡੇ ਵੱਡੇ ਬੁੱਧੀਜੀਵ ਜਾਂ ਇਸ ਤਰੀਕੇ ਦੇ ਗਲੋਬਲ ਲੈਵਲ ਦੇ ਸਿੱਖ ਲੋਕਾਂ ਨੂੰ ਲੈ ਕੇ ਆਉਣਾ ਪਏਗਾ ਜੋ ਕਿ ਮੋਰਚੇ ਬਾਰੇ ਟੇਬਲ ਟਾਕ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਸਕਣ। ਹੁਣ ਮੇਰਾ ਸਵਾਲ ਇਹ ਹੈ ਵੀ ਉਹ ਮੋਰਚੇ 'ਚ ਆ ਕੇ ਇਹ ਗੱਲਾਂ ਨਹੀਂ ਕਰਦੇ, ਲੇਕਿਨ ਮੀਡੀਆ ਦੇ ਵਿੱਚ ਅਲੱਗ ਬੈਠ ਕੇ ਉਹਨਾਂ ਦੇ ਵਕੀਲ ਇਹ ਗੱਲਾਂ ਬਾਤਾਂ ਕਰਦੇ ਆ। ਦੇਖੋ ਉਹਨਾਂ ਦਾ ਜਿਹੜਾ ਵਕੀਲ ਦੇ ਰਾਹੀਂ ਬਿਆਨ ਆਇਆ ਨਾ, ਉਹ ਮੋਰਚੇ ਦੇ ਖਿਲਾਫ ਨਹੀਂ ਹੈਗਾ। ਉਹਨਾਂ ਨੇ ਮੋਰਚੇ ਨੂੰ ਕੁਝ ਸੁਝਾਅ ਦਿੱਤੇ ਨੇ। ਉਹਨਾਂ ਨੇ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਮੋਰਚਾ ਲੱਗਿਆ ਕੁਝ ਦਿਨ ਬਾਅਦ ਹੀ ਉਹਨਾਂ ਨੇ ਗੱਲ ਕਹੀ ਸੀ ਵੀ ਅਸੀਂ ਮੋਰਚੇ ਨੂੰ ਪੂਰੀ ਜਿਹੜੀ ਹੈ ਸਪੋਰਟ ਕਰਦੇ ਹਾਂ, ਤੇ ਉਹ ਅਜੇ ਵੀ ਕਰੀ ਜਾ ਰਹੇ ਨੇ। ਜੇ ਵਕੀਲ ਨੇ ਉਹਨਾਂ ਨੇ ਬਿਆਨ ਦਿੱਤਾ ਉਹਦੇ ਤੋਂ ਬਾਅਦ ਇੱਕਦਮ ਅਸੀਂ ਉਹਨਾਂ ਕੋਲ ਗਏ ਹਾਂ,
ਦਲਸ਼ੇਰ ਸਿੰਘ ਆ ਕੇ ਮਿਲ ਕੇ ਆਏ ਨੇ ਵੀ ਦੱਸੋ ਕੋਈ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਇਹ ਅੱਛੀ ਗੱਲ ਹੁੰਦੀ ਤੁਸੀਂ ਮੈਨੂੰ ਬੁਲਾ ਕੇ ਦੇ ਦਿੰਦੇ ਹੋ ਤੇ ਅਸੀਂ ਉੱਥੇ ਦੇ ਦਿੰਦੇ। ਸਰ ਪੁਆਇੰਟ ਹੀ ਮੇਰਾ ਹੋਈ ਹੈ ਵੀ ਆਪਸ 'ਚ ਗੱਲਬਾਤ ਨਹੀਂ ਹੋਈ ਜਾਂ ਮੀਡੀਆ ਦੇ ਵਿੱਚ ਅਲੱਗ ਚਲੇ ਗਏ ਵੀ ਅਲੱਗ-ਅਲੱਗ ਵੱਖ-ਵੱਖ ਐ ਲੱਗ ਰਿਹਾ 13 ਤੁਰੀਆਂ ਫਿਰਦੀਆਂ ਮੋਰਚੇ ਨੂੰ ਸਫਲ ਕਰਨ ਉਹਨਾਂ ਲਈ। ਦੇ ਵਕੀਲ ਨੂੰ ਅਲੱਗਾ ਨਹੀਂ ਸੀ ਕਰਨੀ ਚਾਹੀਦੀ। ਅਸੀਂ ਤਾਂ ਇਹਦੇ ਇੱਕਦਮ ਜਿਹੜਾ ਹੈ ਦੂਜੇ ਦਿਨ ਕਿਉਂਕਿ ਤੁਸੀਂ ਵੀ ਐਡਵੋਕੇਟ ਹੋ ਐਜ਼ ਐਨ ਐਡਵੋਕੇਟ ਐਡਵੋਕੇਟਸ ਵੀ ਗੱਲ ਕਰ ਸਕਦੇ। ਕਰਕੇ ਉਹ ਨਿੱਕੀ ਨਿੱਕੀ ਗੱਲਾਂ ਸੁਣ ਇਹਨਾਂ ਨੂੰ ਆਪਾਂ ਨੂੰ ਐਡੀ ਵੱਡੀ ਤਵੱਜੋ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਮੋਰਚੇ ਦੇ ਨਾਲ ਨੇ, ਮੋਰਚੇ ਦੇ ਨਾਲ ਸਹਿਮਤ ਨੇ, ਸਹਿਮਤ ਰਹਿਣਗੇ। ਅਸੀਂ ਉਹਨਾਂ ਦੇ ਸੁਝਾਅ ਜਿਹੜੇ ਹਰ ਵੇਲੇ ਲੈਂਦੇ ਰਹਾਂਗੇ, ਮਿਲਦੇ ਰਹਾਂਗੇ। ਉਹੀ ਸਵਾਲ ਸਰ, ਇਹ ਸਵਾਲ ਉੱਥੇ ਹੀ ਪੈਦਾ ਹੋ ਜਾਂਦਾ ਨਾ ਵੀ ਅਲੱਗ-ਅਲੱਗ ਬੰਦੀ ਸਿੰਘਾਂ ਦੇ ਅਲੱਗ-ਅਲੱਗ ਸਟੇਟਮੈਂਟਸ ਵਕੀਲਾਂ ਰਾਹੀਂ ਆ ਰਹੇ ਆ, ਮੀਡੀਆ ਦੇ ਸਾਹਮਣੇ ਆ ਰਹੇ ਆ। ਖਾਸ ਤੌਰ ਤੇ ਜਦ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਤੇ ਅਲੱਗ-ਅਲੱਗ ਤੌਰ ਤੇ ਸਭ ਚੱਲ। ਫਿਰ ਤੁਸੀਂ ਇਸ ਗੱਲ ਨੂੰ ਜਿਹੜਾ ਨਾ ਕਰੋ ਵੀ ਹੋਰੇ ਦਾ ਤੇ ਤਾਰੇ ਦਾ ਬਿਆਨ ਮੋਰਚੇ ਦੇ ਖਿਲਾਫ ਬਿਲਕੁਲ ਨਹੀਂ ਹੈਗਾ, ਠੀਕ ਹੈ ਨਾ। ਇਸ ਕਰਕੇ ਉਹਨਾਂ ਨੂੰ ਇਹ ਨਾ ਆਪਾਂ ਗਿਣੀਏ ਵੀ ਉਹ ਮੋਰਚੇ ਦੇ ਖਿਲਾਫ ਪਰ ਨੇ। ਉਹਨਾਂ ਨੂੰ ਐਦਾਂ ਕਿਉਂ ਲੱਗਿਆ ਵੀ ਖਦਸ਼ੇ ਹੋ ਸਕਦੇ? ਕੋਈ ਨਹੀਂ ਖਸਤੇ ਹੋ, ਇਹ ਤਾਂ ਕਹਿ ਸਕਦੇ ਨੇ ਵੀ ਆਪਾਂ ਨੂੰ ਤੁਸੀਂ ਇਹ ਗੱਲਾਂ ਕਰੋਗੇ ਤੇ ਬਹੁਤ ਵਧੀਆ, ਇਹ ਨਾ ਕਰੋਗੇ ਤੇ ਇਹ ਮੋਰਚੇ ਨੂੰ ਨੁਕਸਾਨ ਹੋਏਗਾ। ਇਹ ਗੱਲ ਕਰਨੀ ਵਾਜਬ ਹੈ, ਕੋਈ ਨਹੀਂ, ਇਹ ਤਾਂ ਉਹਨਾਂ ਦੀ ਨਸੀਹਤ ਹੈ ਤੇ ਉਹਦੇ ਤੇ ਅਸੀਂ ਅਮਲ ਕਰਾਂਗੇ। ਇਸ ਕਰਕੇ ਇਹਨੂੰ ਨਾ ਤੇ ਪ੍ਰੈਸ ਨੇ ਇੰਨਾ ਚੁੱਕਿਆ ਹੈ, ਨਾ ਲੋੜ ਹੈ। ਇਹਦੀ ਗੱਲ ਜਿਹੜੀ ਤੁਰੀ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਬਿਲਕੁਲ ਠੀਕ ਹੈ, ਅਸੀਂ ਇਹ ਗੱਲ ਜਿਹੜੀ ਹੈ ਤੁਹਾਡੇ ਨਾਲ ਸਹਿਮਤ ਹਾਂ। ਤੇ ਇਸ ਕਰਕੇ ਭਿਓਰੇ ਦਾ ਤੇ ਤਾਰੇ ਦਾ ਤੇ ਬਲਵੰਤ ਸਿੰਘ ਦਾ ਬਹੁਤ ਵੱਡਾ ਫਰਕ ਹੈ। ਹੁਣ ਭਿਓਰੇ ਦਾ ਤੇ ਤਾਰੇ ਦਾ ਅਕਾਲੀ ਦਲ ਨਾਲ ਤਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਤਾਂ ਕਦੀ ਉਹਨਾਂ 'ਚੋਂ ਨਹੀਂ ਮਿਲਿਆ, ਨਾ ਜਥੇਦਾਰ ਸਾਹਿਬ, ਨਾ ਉਹਨਾਂ ਦੇ ਕੋਈ ਹੈਗੇ ਆ, ਨਾ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਪਾਰਟੀ ਅਲਾਈਅੰਸ ਹੈ। ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ ਉਹਨਾਂ ਦੇ ਨਾਲ ਉਹਨਾਂ ਦੀ ਮਿਲਣੀ ਆ। ਜਥੇਦਾਰ ਸਾਹਿਬ ਉਹਨਾਂ ਨੂੰ ਜੇਲ੍ਹ 'ਚ ਵੀ ਮਿਲ ਕੇ ਆਉਂਦੇ ਨੇ ਬਾਦਲ ਸਾਹਿਬ ਦੇ ਵੱਲੋਂ, ਬਾਕੀ ਦੇ ਨਹੀਂ ਕਿਸੇ ਨੂੰ ਮਿਲਦੇ। ਇਹ ਵੀ ਗੱਲ ਵਿਚਾਰਨ ਵਾਲੀ ਵੀ ਇਕੱਲੇ ਬਲਵੰਤ ਸਿੰਘ ਰਾਜੋਆਣਾ ਨੂੰ ਕਿਉਂ ਮਿਲਦੇ ਨੇ ਉਹ ਜਥੇਦਾਰ ਸਾਹਿਬ, ਉਹਨੂੰ ਇਕੱਲੇ ਨੂੰ ਕਿਉਂ ਮਿਲਦੇ? ਇਹਦਾ ਮਤਲਬ ਉਹ ਵੀ ਜਿਹੜਾ ਹੈ ਉਹਦੀ ਇਹ ਮੈਂ ਤਾਂ ਕਹੂੰਗਾ ਨਾ ਸਮਝੀ ਦਾ ਫਾਇਦਾ ਉਠਾਉਣਾ ਚਾਹੁੰਦੇ ਬਲਵੰਤ ਸਿੰਘ ਦੇ, ਜਾਂ ਉਹਨੂੰ ਇੱਕ ਬਨੇ ਉਹ ਅਲੱਗਾ ਕਰਕੇ ਉਹਦਾ ਫਾਇਦਾ ਲੈਣਾ ਚਾਹੁੰਦੇ, ਜਿਹੜਾ ਕਿ ਨਹੀਂ ਮਿਲੇਗਾ, ਉਹਨਾਂ ਨੂੰ ਨਹੀਂ ਮਿਲੇਗਾ। ਕੀ ਤੁਸੀਂ ਹੁਣ ਮੋਰਚੇ ਵੱਲੋਂ ਕੋਈ ਐਕਟੀਵਿਟੀ ਕਰੋਗੇ ਸਟੇਟਮੈਂਟ ਤੋਂ ਬਾਅਦ? ਪੋਸਟਰਸ ਦੇ ਵਿੱਚ ਉਹਨਾਂ ਦਾ ਨਾਮ ਰਹੇਗਾ ਐਵੇਂ? ਐਕਟੀਵਿਟੀ ਤਾਂ ਹੁਣ ਕਰ ਰਹੇ ਹਾਂ ਜੀ। ਤੁਸੀਂ ਮੇਰੇ ਕੋਲ ਆਏ ਆ, ਮੈਂ ਤੁਹਾਡੇ ਕੋਲ ਬੈਠਾ ਹੈ, ਮੈਂ ਤੁਹਾਨੂੰ ਆਪਣਾ ਸਟੈਂਡ ਦੱਸ ਦਿੱਤਾ ਹੈ, ਉਹਨਾਂ ਆਪਣਾ ਸਟੈਂਡ ਦੱਸ ਦਿੱਤਾ। ਇਹ ਹੁਣ ਲੋਕਾਂ ਤੱਕ ਪਹੁੰਚ ਜਾਏਗਾ, ਲੋਕੀ ਵੇਖ ਲੈਣਗੇ ਵੀ ਕਿਹੜਾ ਏਜੰਸੀ ਦਾ ਆਦਮੀ ਤੇ ਕਿਹੜਾ ਨਹੀਂ, ਕਿਹੜੀ ਸਾਡੀ ਗਲਤੀ ਹੈ ਤੇ ਕਿਹੜੀ ਨਹੀਂ। ਸੋ ਇਸ ਕਰਕੇ ਇਹਦੇ 'ਚ ਸਾਨੂੰ ਬਿਲਕੁਲ ਹੀ ਇੱਕ ਮਿੰਟ ਦੀ ਪਰੇਸ਼ਾਨੀ ਨਹੀਂ ਵੀ ਬਿਆਨ ਸਿੰਘ ਜਿਹੜਾ ਰਾਜੋਆਣਾ ਸਾਹਿਬ ਨੇ ਬਿਆਨ ਦਿੱਤਾ ਇਹ ਮੋਰਚੇ ਨੂੰ ਨੁਕਸਾਨ ਪਹੁੰਚੇਗਾ। ਇਹ ਬਿਲਕੁਲ ਗਲਤ ਧਾਰਨਾ ਹੈ। ਲੋਕੀ ਇਕੱਲੇ ਨੂੰ ਜਾਣਦੇ ਸਾਨੂੰ ਵੀ ਮੈਂ ਕਿੱਥੇ ਖਲੋਤਾ, ਬਾਕੀ ਦੇ ਮੇਰੇ ਸਾਥੀ ਕਿੱਥੇ ਖਲੋਤੇ ਨੇ। ਸੋ ਉਹਨਾਂ ਨੇ ਮੋਰਚਾ ਦੇ ਖਿਲਾਫ ਇਹ ਬਿਆਨ ਦੇ ਕੇ ਤੁਹਾਡੀਆਂ ਖਬਰਾਂ ਜ਼ਰੂਰ ਬਣਾ ਦਿੱਤੀਆਂ, ਚਾਹੇ ਆਪਣੀ ਖਬਰ ਬਣਾ ਲਈ ਆ। ਇਹਦੇ ਤੇ ਲੋਕਾਂ ਦਾ ਜਿਹੜੇ ਮੋਰਚੇ ਦਾ ਸੁਹਿਰਦ ਤੌਰ ਤੇ ਉਹਨਾਂ ਤੇ ਇੱਕ ਪੈਸੇ ਦਾ ਨਹੀਂ, ਉਹਨਾਂ ਤੇ ਐਸੇ ਤਰੀਕੇ ਨਾਲ ਉਹਨਾਂ ਦੇ ਹੱਕਾਂ ਲਈ ਵੀ ਲੜਾਈ ਹੁੰਦੀ ਰਹੇਗੀ ਮੋਰਚੇ ਵੱਲੋਂ? ਬਿਲਕੁਲ ਜੀ। ਅਸੀਂ ਤੇ ਕਿਸੇ ਬੰਦੀ ਸਿੰਘ ਨੂੰ ਵੱਖਰਾ ਨਹੀਂ ਕਰਨਾ। ਅਸੀਂ ਆਪਣਾ ਫਰਜ਼ ਸਮਝਦੇ ਹਾਂ, ਇਹ ਸਾਡੀ ਡਿਊਟੀ ਹੈ, ਇਹ ਸਾਡਾ ਇੱਕ ਧਰਮ ਹੈ ਵੀ ਜਿਹੜਾ ਇਸ ਵੇਲੇ ਗੈਰ ਕਾਨੂੰਨੀ ਸਰਕਾਰ ਕਰ ਰਹੀ ਹੈ ਉਹਦੇ ਖਿਲਾਫ ਬੋਲਣਾ ਹੈ। ਆਇਆ ਸਾਡੇ ਨਾਲੋਂ ਚੰਗਾ ਕੋਈ ਇਸ ਵੇਲੇ ਪੰਜਾਬ ਦੀ ਪੋਲੀਟੀਕਲ ਪਾਰਟੀ ਚਾਹੇ ਹੋਰ ਕੋਈ ਪਾਰਟੀ ਬੋਲ ਰਹੀ ਹੈ? ਅਸੀਂ ਸਰਕਾਰ ਦੇ ਖਿਲਾਫ ਹਰ ਕਦਮ ਤੇ ਦੱਸਦੇ ਹਾਂ ਵੀ ਇਹਨਾਂ ਨੇ ਇਹ ਗੈਰ ਕਾਨੂੰਨੀ ਕੀਤੀ, ਇਹ ਗੈਰ ਕਾਨੂੰਨੀ ਕੀਤੀ। ਬਾਦਲ ਦਲ ਦਾ ਕਿਹੜਾ ਦੱਸ ਰਿਹਾ ਜੀ ਦੱਸੋ? ਹੋਰ ਦਲ ਕਿਹੜੇ ਦੱਸ ਰਹੇ ਨੇ? ਠੀਕ ਆ ਵੀ ਹੋਰ ਕੋਈ ਜਿਹੜੇ ਸਿੱਖ ਪੰਥ ਦੇ ਸੁਹਿਰਦ ਦਲ ਹੈਗੇ ਨੇ ਉਹ ਤਾਂ ਕਰਦੇ ਨੇ, ਬਾਕੀ ਇਹਨਾਂ ਦੇ ਕਦੀ ਨਹੀਂ ਕੀਤੀ। ਸੋ ਇਹ ਸਾਡੀ ਜਗ੍ਹਾ ਕਿੱਥੋਂ ਲੈ ਲੈਣਗੇ? ਜਿਹੜਾ ਹੱਕ ਸੱਚ ਦੀ ਗੱਲ ਬੁਲੰਦ ਕਰ ਰਿਹਾ ਉਹਦੇ 'ਚ ਬਲਵੰਤ ਸਿੰਘ ਭਾਵੇਂ ਰੋਜ਼ ਬਿਆਨ ਦੇ ਸਾਡੇ ਤੇ ਕੋਈ ਅਸਰ ਨਹੀਂ ਪੈਣਾ। ਅਸੀਂ ਬਲਵੰਤ ਸਿੰਘ ਦਾ ਨਾਮ ਬਿਲਕੁਲ ਨਹੀਂ ਕੱਢਾਂਗੇ। ਹਾਂ, ਉਹਦੀ ਮਰਜ਼ੀ, ਜਦੋਂ ਬਾਹਰ ਆਉਣ 'ਤੇ ਕਿਤੇ ਮੌਕਾ ਬਣ ਜਾਂਦਾ ਹੈ ਉਹ ਕਹੇ ਵੀ ਮੋਰਚੇ ਵਾਲਿਆਂ ਨੇ ਮੈਨੂੰ ਛਡਾਇਆ, ਮੈਨੂੰ ਮਨਜ਼ੂਰ ਨਹੀਂ, ਮੈਂ ਤਾਂ ਅੰਦਰ ਹੀ ਰਹਿਣਾ। ਸਾਨੂੰ ਕੀ ਤਰ੍ਹਾਂ ਜੇ, ਇਹ ਤਾਂ ਉਹਦੀ ਮਰਜ਼ੀ ਹੈ ਜੀ, ਕਰ ਲੈ। ਐਦਾਂ ਹੀ ਮਤਲਬ ਲੜਦੇ ਰਹਿਣਗੇ ਮੋਰਚੇ ਵੱਲੋਂ ਸਾਰੇ ਬੰਦੀ ਸਿੰਘਾਂ ਦੀ? ਸਾਡੇ ਲਈ ਸਾਰੇ ਬੰਦੀ ਸਿੰਘ ਬੜੇ ਰਿਸਪੈਕਟ ਨੇ, ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ। ਇਹ ਸਿੱਖ ਪੰਥ ਦੇ ਵਿੱਚ ਇਤਿਹਾਸ ਦੇ ਤੌਰ ਤੇ ਵੀ ਉਹਨਾਂ ਨੂੰ ਮਾਨਤਾ ਦੇਣੀ ਆ ਤੇ ਅਸੀਂ ਵੀ ਮਾਨਤਾ ਦੇ ਰਹੇ ਹਾਂ। ਕੋਈ ਸਾਡਾ ਇਹ ਕੁਤਾਹੀ ਨਹੀਂ ਕਰ ਰਹੇ, ਸਾਡਾ ਫਰਜ਼ ਹੈ, ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਜੀ। ਸਰ ਜੀ, ਉਹ ਕਹਿੰਦੇ ਨੇ ਵੀ ਮੇਰੇ ਲਈ ਲੜਾਈ ਨਾ ਕਰੋ ਤਾਂ? ਕਿਹੜੀ ਲੜਾਈ ਜੀ? ਵੀ ਮੇਰੇ ਲਈ ਮੋਰਚੇ 'ਚ ਐਦਾਂ ਮੇਰੇ ਹੱਕਾਂ ਦੇ ਲਈ ਲੜੋ ਹੀ ਨਾ ਤਾਂ? ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਉਹਦੇ ਨਹੀਂ ਲੜ ਰਹੇ, ਸਾਂਝਾ ਇੱਕ ਕੰਮ ਕਰ ਰਹੇ ਹਾਂ। ਨਹੀਂ ਉਹਨਾਂ ਨੂੰ ਮਨਜ਼ੂਰ ਤੋਂ ਰੋਜ਼ ਬਿਆਨ ਦੇਈ ਜਾਣ ਵੀ ਮੈਂ ਤੇ ਉਹਨਾਂ ਨਾਲ ਸਹਿਮਤ ਨਹੀਂ ਜੀ, ਮੇਰੀ ਜਿਹੜੀ ਹੈ ਰਿਹਾਈ ਨਾ ਨਹੀਂ ਹੋਣੀ ਚਾਹੀਦੀ, ਮੈਂ ਨਹੀਂ ਹੋਣੀ ਚਾਹੀਦੀ, ਨਹੀਂ ਕਰੀ ਜਾਣ। ਇਹ ਅਸੀਂ ਇਹ ਨਹੀਂ ਗੱਲ ਕਰਾਂਗੇ ਵੀ ਉਹਨਾਂ ਦਾ ਨਾਂ ਕੱਢ ਦਿੱਤਾ ਜੀ, ਬਿਲਕੁਲ ਨਹੀਂ ਕਰਾਂਗੇ।
ਸੋ ਫਿਲਹਾਲ ਤੁਸੀਂ ਗੱਲਾਂ ਬਾਤਾਂ ਸੁਣੀਆਂ ਅਮਰ ਸਿੰਘ ਚਾਹਲ ਜਿਹੜੇ ਸੀਨੀਅਰ ਐਡਵੋਕੇਟ ਨੇ ਔਰ ਬੇਅੰਤ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਸਾਲ ਲੜਾਈ ਲੜੀ ਹੈ, ਕਾਫੀ ਸਾਲ ਕੇਸ ਲੜੇ ਹੈ। ਹਾਲਾਂਕਿ ਇਸ ਤਰ੍ਹਾਂ ਦੀ ਸਟੇਟਮੈਂਟਸ ਦੇ ਉੱਪਰ ਉਹਨਾਂ ਨੇ ਕਿਹਾ ਹੈ ਵੀ ਸਾਡਾ ਮੋਟਿਵ ਜਿਹੜਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਉੱਦਾਂ ਹੀ ਬਣਿਆ ਰਹੇਗਾ। ਕਿਸੇ ਵੀ ਬੰਦੀ ਸਿੰਘ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਟੇਟਮੈਂਟ ਦਿੱਤੇ ਜਾਣ ਨੂੰ ਅਸੀਂ ਨੈਗੇਟਿਵ ਨਹੀਂ ਲਵਾਂਗੇ ਔਰ ਸਾਡਾ ਜੋ ਮੋਟਿਵ ਹੈ ਅਸੀਂ ਬੰਦੀ ਸਿੰਘਾਂ ਦੀ ਲੜਾਈ ਲਈ ਲੜਦੇ ਰਵਾਂਗੇ ਔਰ ਪੋਸਟਰ ਵੀ ਉਹਨਾਂ ਦੇ ਐਵੇਂ ਲੱਗੇ ਰਹਿਣਗੇ। ਕੈਮਰਾਮੈਨ ਅਜੇ ਬੈਂਸ ਦੇ ਨਾਲ ਸ਼ਿਖਾ ਧੁਰੀਆ ਵਿਜ ਔਨ 에ਅਰ ਚੰਡੀਗੜ੍ਹ ਮੋਹਾਲੀ ਬਾਰਡਰ।